हाँ जी बेटा, नैक्सट वाली एक्सरसाइज 3rd डी। तो ये देखो, सब तो पहला स्लोप ਜਾਂ फिर ग्रैਡੀਐਂਟ ऑफ आ लाइन। तो ਜਦੋਂ भी ਆਪਾਂ ਨੂੰ ਸਮ ਦੇ ਵਿੱਚ ਸਲੋਪ ਜਾਂ ਫਿਰ ਗ੍ਰੈਡੀਐਂਟ ਕੱਢਣ ਨੂੰ ਕਹਿੰਦੇ ਆ, ਦੈਨ ਤੁਸੀਂ ਕਿਹੜੇ ਵਾਲਾ ਫਾਰਮੂਲਾ ਯੂਜ਼ ਕਰਨਾ ਗਾ। ਦੇਖੋ, ਸਲੋਪ ਦਾ ਮਤਲਬ ਕੀ ਹੋਊਗਾ ਬੇਟਾ, ਤੁਸੀਂ ਥੀਟਾ ਪਤਾ ਕਰਨਾ ਜਾਂ ਫਿਰ ਐਮ ਫਾइंड आउट ਕਰਨੀ ਹੈ। ਠੀਕ ਹੈ, ਤਾਂ ਸਲੋਪ ਦਾ ਮਤਲਬ ਆਪਾਂ ਟੈਨ ਥੀਟਾ ਪਤਾ ਕਰਨਾ ਗਾ। ਟੈਨ ਥੀਟਾ ਇਕੁਅਲ ਟੂ ਐਮ। ठीक है, थीटा ਤੁਹਾਨੂੰ ਦਿੱਤਾ ਹੋਇਆ ਕਰੇਗਾ ਵੀ ਕਿੰਨਾ ਗਾ, 45 ਡਿਗਰੀ ਆ, 60 ਆ, ਜਾਂ ਜਿੰਨਾ ਵੀ ਆ, ਉਹ ਤੁਸੀਂ ਇੱਥੇ ਪੁੱਟ ਕਰ ਦਿਆ ਕਰੋਗੇ ਥੀਟਾ ਦੀ ਵੈਲਿਊ, ਤਾਂ ਤੁਹਾਡੇ ਕੋਲੇ ਕੀ ਆ, ਐਮ ਦਾ ਆਨਸਰ ਆ ਜਾ ਕਰੇਗਾ। ਜਦੋਂ ਵੀ ਤੁਹਾਨੂੰ ਥੀਟਾ π/2 ਜਾਂ ਫਿਰ 90 ਡਿਗਰੀ ਸੇਮ ਹੁੰਦੇ ਆ, π/2 90 ਡਿਗਰੀ ਤੁਸੀਂ ਪਹਿਲਾਂ ਕਰ ਚੁੱਕੇ ਹੋ। ਠੀਕ ਹੈ, ਤਾਂ ਜਦੋਂ ਇਹ ਵੈਲਿਊ ਦਿੱਤੀ ਆ ਤਾਂ ਆਪਾਂ ਥੀਟਾ ਡਿਫਾਈਨ ਨਹੀਂ ਕਰ ਸਕਦੇ, ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਠੀਕ ਹੈ, ਤਾਂ ਨੈਕਸਟ ਇੰਟਰਸੈਪਟ ਕੀ ਹੁੰਦੇ ਨੇ, ਜਦੋਂ ਵੀ ਆਪਾਂ ਐਕਸ ਐਕਸਿਸ ਦਾ ਇੰਟਰਸੈਪਟ ਕੱਢ ਰਹੇ ਹਾਂ O ਤੋਂ A, ਇਹਨੂੰ ਕਹਾਂਗੇ ਆਪਾਂ ਜਿਹੜੀ ਆਪਣੀ ਲਾਈਨ ਆ ਐਕਸ ਐਕਸਿਸ 'ਤੇ ਲਾਈਕ ਕਰਦੀ ਆ। ਜਦੋਂ ਤੁਸੀਂ y ਦੇ ਰਿਸਪੈਕਟ ਲਾਈਨ ਕੱਢੋਗੇ ਦੈਨ ਆਪਾਂ ਕਹਾਂਗੇ ਵੀ ਜਿਹੜਾ ਆਪਣਾ O ਤੋਂ B ਪੁਆਇੰਟ ਆ ਉਹ ਲਾਈ ਕਰ ਰਿਹਾ ਗਾ y ਐਕਸ ਐਕਸਿਸ 'ਤੇ। ਠੀਕ ਹੈ, ਦ ਟੂ ਟੂਗੈਦਰ ਟੇਕਨ ਇਨ ਦਿਸ ਆਰਡਰ ਆਰ ਕਾਲਡ ਦ ਇੰਟਰਸੈਪਟ ਆਫ ਦ ਲਾਈਨ ਔਨ ਐਕਸ ਐਕਸਿਸ। ਕਹਿੰਦੇ ਜੇ ਦੋਨੇ ਪੁਆਇੰਟ ਟੂਗੈਦਰ ਟੇਕਨ ਕਰਦੇ ਨੇ ਕਿਸੇ ਆਰਡਰ ਦੇ ਵਿੱਚ ਤਾਂ ਉਹਨਾਂ ਨੂੰ ਆਪਾਂ ਕੀ ਕਹਾਂਗੇ, ਇੰਟਰਸੈਪਟ। ਠੀਕ ਹੈ, ਨੈਕਸਟ ਕੀ ਆ, ਸਲੋਪ ਆਫ ਲਾਈਨ ਵੈਨ ਕੋਆਰਡੀਨੇਟ ਆਫ ਐਨੀ 2 ਪੁਆਇੰਟਸ ਔਰ ਲਾਈਨ ਆਰ ਗਿਵਨ। ਤਾਂ ਇਹ ਬੇਟਾ ਨਾ ਕਰਿਓ ਫਿਲਹਾਲ, ਇਹਦਾ ਪ੍ਰੂਫ ਕਰਨ ਦੀ ਲੋੜ ਨਹੀਂ ਤੁਹਾਨੂੰ। ਠੀਕ ਹੈ, ਤਾਂ ਇਹਦਾ ਤੁਸੀਂ ਜਸਟ ਫਾਰਮੂਲਾ ਯਾਦ ਰੱਖਣਾ ਗਾ ਜਦੋਂ ਤੁਹਾਨੂੰ 2 ਪੁਆਇੰਟ ਗਿਵਨ ਨੇ। ਠੀਕ ਹੈ, ਸਟੇਟਮੈਂਟ 'ਚ ਆਪਾਂ ਨੂੰ 2 ਪੁਆਇੰਟ ਗਿਵਨ ਸੀ ਤਾਂ ਉਦੋਂ ਆਪਾਂ ਸਲੋਪ ਐਮ ਕਿਵੇਂ ਕੱਢਣੀ ਹੋਇਆ ਕਰੇਗੀ, ਤਾਂ ਆਹ ਫਾਰਮੂਲਾ ਮੋਸਟ ਇੰਪੋਰਟੈਂਟ ਆ, ਯਾਦ ਰੱਖਣਾ ਗਾ। ਐਮ ਤੁਸੀਂ ਕੱਢਿਆ ਕਰੋਗੇ y2 ਮਾਈਨਸ y1 x2 ਮਾਈਨਸ x1। ਓਕੇ, ਕਲੀਅਰ। ਨੈਕਸਟ ਨੋਟ ਪੜ੍ਹਨਾ ਗਾ ਤੁਸੀਂ, 3 ਪੁਆਇੰਟ ABC ਆਰ ਕੋਲੀਨੀਅਰ। ਕੋਲੀਨੀਅਰ ਆਪਾਂ ਉਦੋਂ ਕਹਾਂਗੇ ਜਾਂ ਫਿਰ ਲਾਈ ਕਰਦੇ ਨੇ ਵਨ ਲਾਈਨ 'ਤੇ, ਇਫ ਐਂਡ ਓਨਲੀ ਇਫ ਜਦੋਂ ਤੁਹਾਡੀ ਸਲੋਪ AB ਇਕੁਅਲ ਟੂ BC ਹੋਵੇਗੀ। ਕਲੀਅਰ। ਨੈਕਸਟ ਨੋਟ, 2 ਲਾਈਨਸ ਨੂੰ ਤੁਸੀਂ ਪੈਰਲਰ ਕਹੋਗੇ, ਕਦੋਂ ਕਹੋਗੇ, ਦੈਨ ਲਾਈਨ ਮੇਕਸ ਇਕੁਅਲ ਐਂਗਲ। ਮੀਨਸ ਕਿ ਦੋਨੋਂ ਲਾਈਨਸ ਤੁਹਾਡੀਆਂ M1 ਅਤੇ M2 ਜਦੋਂ ਇਕੁਅਲ ਹੋਣਗੀਆਂ ਦੈਨ ਤੁਸੀਂ ਕੀ ਕਹੋਗੇ, ਦੋਨੋਂ ਲਾਈਨ ਕੀ ਨੇ ਤੁਹਾਡੀਆਂ, ਪੈਰਲਰ ਨੇ। ਕਲੀਅਰ। ਅਗਰ ਤੁਸੀਂ ਲਾਈਨਸ ਨੂੰ ਪਰਪੈਂਡੀਕੂਲਰ ਸ਼ੋਅ ਕਰ ਰਹੇ ਹੋ ਤਾਂ ਆਪਾਂ ਲਾਈਨਸ ਨੂੰ ਉਦੋਂ ਪਰਪੈਂਡੀਕੂਲਰ ਕਿਹਾ ਕਰਾਂਗੇ ਜਦੋਂ ਤੁਸੀਂ M1 ਨਾਲ M2 ਨੂੰ ਮਲਟੀਪਲਾਈ ਕੀਤਾ ਅਤੇ ਤੁਹਾਡਾ ਆਨਸਰ ਕੀ ਆ ਗਿਆ, -1। ਕਲੀਅਰ। ਨੀਚੇ ਦੁਬਾਰਾ ਤੋਂ ਇਹਨਾਂ ਨੇ ਫੇਰ ਲਿਖਿਆ ਗਾ, 2 ਲਾਈਨਸ ਪੈਰਲਰ ਉਦੋਂ ਹੋਣਗੀਆਂ ਜਦੋਂ M1 ਅਤੇ M2 ਇਕੁਅਲ ਹੋਣਗੇ। 2 ਲਾਈਨਸ ਪਰਪੈਂਡੀਕੂਲਰ ਉਸ ਟਾਈਮ ਹੋਣਗੀਆਂ ਜਦੋਂ M1 ਦੀ M2 ਨਾਲ ਮਲਟੀਪਲਾਈ ਕੀਤੀ ਤਾਂ ਆਨਸਰ ਤੁਹਾਡਾ -1 ਆਵੇਗਾ। ਠੀਕ ਹੈ, ਨੈਕਸਟ ਦੇਖੋ, ਫਾਈਂਡ ਬਾਈ ਇਫ ਦਾ ਸਲੋਪ ਆਫ ਦਾ ਲਾਈਨ ਜੁਆਇਨਿੰਗ ਦਿਸ ਐਂਡ ਦਿਸ ਇਜ਼ -4/3। ਸਲੋਪ ਤੁਹਾਨੂੰ M ਦਿੱਤੀ ਹੋਈ ਆ ਬੇਟਾ -4/3, ਤਾਂ ਤੁਸੀਂ ਫਾਰਮੂਲਾ ਲਗਾਓਗੇ ਸਭ ਤੋਂ ਪਹਿਲਾਂ x1 y1 x2 y2। ਫਾਰਮੂਲਾ ਕੀ ਸੀ ਆਪਣਾ, y2 ਦੀ ਵੈਲਿਊ ਆਪਣੇ ਕੋਲੇ y ਆ, -y1 ਦੀ ਵੈਲਿਊ 11। ਸਿਮਿਲਰਲੀ x2 ਮਾਈਨਸ x1, ਆਨਸਰ ਤੁਹਾਨੂੰ ਦਿੱਤਾ ਹੋਇਆ ਸੀਗਾ -4/3। ਮੀਨਸ ਕਿ ਆਪਾਂ ਫਾਰਮੂਲਾ ਲਗਾਉਂਦੇ ਹੁੰਦੇ ਸੀ m ਇਕੁਅਲ ਟੂ y2 ਮਾਈਨਸ y1 x2 ਮਾਈਨਸ x1 ਦਾ। ਠੀਕ ਹੈ, ਇਕੁਅਲ ਟੂ ਹੁੰਦਾ ਸੀ m, ਤਾਂ m ਦੀ ਵੈਲਿਊ ਤੁਹਾਨੂੰ -4/3 ਦਿੱਤੀ ਹੋਈ ਆ, ਤਾਂ ਇਸ ਦੇ ਇਕੁਅਲ ਲਿਖ ਦੋਗੇ। ਇਕੁਏਸ਼ਨ ਨੂੰ ਸੋਲਵ ਕਰੋਗੇ ਤੁਹਾਡੇ ਕੋਲ y ਪੁਆਇੰਟ ਫਾਈਂਡ ਆਊਟ ਹੋ ਜਾਏਗਾ। ਕਲੀਅਰ। ਨੈਕਸਟ ਦੇ ਵਿੱਚ ਤੁਸੀਂ ਕੀ ਆ ਫਾਈਂਡ ਕਰਨਾ, ਕਹਿੰਦੇ ਵੈਦਰ ਦਾ ਲਾਈਨ ਦਿਸ ਐਂਡ ਦਿਸ ਆਰ ਪਰਪੈਂਡੀਕੂਲਰ ਔਰ ਪੈਰਲਰ, ਜਾਂ ਫਿਰ ਨਾਈਦਰ ਪੈਰਲਰ ਨੋਰ ਪਰਪੈਂਡੀਕੂਲਰ। ਆਪਾਂ ਨੂੰ ਨੈਕਸਟ ਪੁਆਇੰਟ ਫਿਰ ਤੋਂ ਦਿੱਤੇ ਹੋਏ ਆ। ਠੀਕ ਹੈ, ਤਾਂ ਤੁਹਾਨੂੰ 2 ਲਾਈਨਸ ਗਿਵਨ ਨੇ, ਫਸਟ ਸੈਕਿੰਡ। ਤੁਸੀਂ ਦੱਸਣਾ ਗਾ ਵੀ ਇਹ ਪਰਪੈਂਡੀਕੂਲਰ ਆ ਕਿ ਪੈਰਲਰ ਆ, ਜਾਂ ਫਿਰ ਦੋਨੋਂ ਹੀ ਨਹੀਂ ਆ, ਪਰਪੈਂਡੀਕੂਲਰ ਵੀ ਨਹੀਂ ਗੀ ਅਤੇ ਪੈਰਲਰ ਵੀ ਨਹੀਂ ਗੀ। ਠੀਕ ਹੈ, ਤਾਂ ਸਭ ਤੋਂ ਪਹਿਲਾਂ M1 ਗਿਵਨ ਆ ਤੁਹਾਨੂੰ। M1 ਦਾ ਮੈਂ ਫਾਰਮੂਲਾ ਦੱਸਿਆ ਹੋਇਆ ਗਾ, y2 ਮਾਈਨਸ y1 ਵਾਲਾ, ਉਹ ਫਾਰਮੂਲਾ ਲਗਾ ਦੋਗੇ, M1 ਦੀ ਵੈਲਿਊ ਕੱਢ ਲਿਓ। ਸਿਮਿਲਰਲੀ ਸੈਕਿੰਡ ਪੁਆਇੰਟਾਂ ਦਾ ਯੂਜ਼ ਕਰਕੇ
ਉਸੇ ਤਰ੍ਹਾਂ ਤੁਸੀਂ M2 ਦੀ ਵੈਲਿਊ ਕੱਢ ਲਓਗੇ। ਦੋਨੇ ਵੈਲਿਊਜ਼ ਦੇਖੋ ਇਕੁਅਲ ਨਹੀਂ ਨੇ, ਮਤਲਬ ਪੈਰਲਰ ਤਾਂ ਹੈ ਨਹੀਂ ਆ ਦੋਨੇ ਲਾਈਨਾਂ। ਦੋਨਾਂ ਦੀ ਮਲਟੀਪਲਾਈ ਕਰੋ, M1 ਦੀ M2 ਨਾਲ ਮਲਟੀਪਲਾਈ ਕਰੋਗੇ ਤਾਂ ਕੀ ਹੋਊਗਾ, 3 ਨਾਲ 3 ਕੱਟ, 1 ਦੀ ਮਾਈਨਸ ਨਾਲ ਕਰੋਗੇ -1। ਪਰਪੈਂਡੀਕੂਲਰ ਦੀ ਕੰਡੀਸ਼ਨ ਆਪਣੀ ਹੋਲਡ ਹੋ ਗਈ, M2 ਦੀ M1 ਨਾਲ ਮਲਟੀਪਲਾਈ ਕੀਤੀ ਤਾਂ ਆਨਸਰ -1 ਆ ਗਿਆ। ਮੀਨਸ ਆਪਣੀਆਂ ਲਾਈਨਸ ਕੀ ਹੋ ਗਈਆਂ, ਪਰਪੈਂਡੀਕੂਲਰ। ਕਲੀਅਰ। ਸਿਮਿਲਰਲੀ ਬੇਟਾ ਤੁਹਾਡੀ ਥਰਡ ਐਗਜ਼ਾਮਪਲ ਆ, ਇਹਦੇ ਵਿੱਚ ਦੇਖੋ ਕੋਲੀਨੀਅਰ ਪ੍ਰੂਫ ਕਰਨਾ। ਕੋਲੀਨੀਅਰ ਕਦੋਂ ਹੁੰਦੇ ਸੀ ਆਪਣੇ ਪੁਆਇੰਟ, ਹੁਣੀ ਡੈਫੀਨੇਸ਼ਨ ਕੀਤੀ ਸੀ ਜਦੋਂ ਆਪਣੀ ਸਲੋਪ AB ਅਤੇ BC ਦੀ ਇਕੁਅਲ ਹੁੰਦੀ ਸੀ। AB BC ਪੁਆਇੰਟ ਗਿਵਨ ਆ, ਉਸੇ ਤਰ੍ਹਾਂ ਤੁਸੀਂ ਸਲੋਪ ਦਾ ਫਾਰਮੂਲਾ ਲਗਾਓਗੇ y2 - y1 ਵਾਲਾ। ਸਿਮਿਲਰਲੀ ਦੂਸਰੇ 'ਤੇ ਲਗਾਓਗੇ BC 'ਤੇ, ਦੋਨੋਂ ਇਕੁਅਲ ਆ ਗਏ, ਪੁਆਇੰਟ ਕੀ ਹੋ ਗਏ ਆਪਣੇ ਕੋਲੀਨੀਅਰ। ਠੀਕ ਹੈ। 2 opposite vertex of the square A and C, find the other 2 vertex। ਤੁਹਾਨੂੰ ਕੀ ਆ ਬੇਟਾ, ਦੇਖੋ ਸਭ ਤੋਂ ਪਹਿਲਾਂ ਸਕੁਏਅਰ ਦਿੱਤੀ ਹੋਈ ਆ, ਸਕੁਏਅਰ ਦੇ 2 vertex ਦਿੱਤੇ ਹੋਏ ਆ ਤੁਹਾਨੂੰ A ਅਤੇ C। A ਗਿਵਨ ਆ, C ਗਿਵਨ ਆ। D ਪਤਾ ਕਰਨਾ ਗਾ ਤੁਸੀਂ, B ਪਤਾ ਕਰਨਾ। ਕਲੀਅਰ। ਤਾਂ ਸਭ ਤੋਂ ਪਹਿਲਾਂ ਦੇਖੋ ਆਪਣੀ ਸਕੁਏਅਰ ਆ, ਸਕੁਏਅਰ ਦੇ ਵਿੱਚ ਕੀ ਹੁੰਦਾ ਗਾ ਬੇਟਾ, ਤੁਹਾਡੀਆਂ ਚਾਰੇ ਸਾਈਡਾਂ ਇਕੁਅਲ ਹੁੰਦੀਆਂ ਨੇ। ਇਕੁਅਲ ਹੁੰਦੀਆਂ ਨੇ ਤਾਂ ਤੁਸੀਂ AB ਨੂੰ BC ਦੇ ਇਕੁਅਲ ਲਿਖ ਸਕਦੇ ਹੋ, AD ਨੂੰ DC ਦੇ ਇਕੁਅਲ ਲਿਖ ਸਕਦੇ ਹੋ। ਕਲੀਅਰ। ਤਾਂ ਦੋਨੋਂ ਇਕੁਅਲ ਲਿਖ ਸਕਦੇ ਹੋ। ਜੇ ਤੁਸੀਂ ਦੋਨਾਂ ਦਾ ਸਕੁਏਅਰ ਕਰ ਦੋਗੇ ਫਿਰ ਵੀ ਸੇਮ ਹੀ ਰਹਿਣਗੇ ਪੁਆਇੰਟ। ਠੀਕ ਹੈ। ਤਾਂ ਫਸਟ ਕੀ ਹੈ, ਤੁਸੀਂ AB ਐਂਡ BC ਦੇ ਪੁਆਇੰਟ ਫਿਲ ਕਰੋਗੇ। ਦੇਖੋ A ਤੋਂ B ਆਪਣੀ A ਰਹੀ, A ਤੋਂ B, B ਤੋਂ C। ਆਪਾਂ B ਦਾ ਪੁਆਇੰਟ ਕੀ ਮੰਨ ਕੇ ਚੱਲੇ ਆ, X ਅਤੇ Y। ਸਿਮਿਲਰਲੀ D ਦਾ ਪੁਆਇੰਟ ਵੀ ਆਪਾਂ ਕੀ ਮੰਨ ਕੇ ਚੱਲਾਂਗੇ, X ਐਂਡ Y। ਤਾਂ ਤੁਸੀਂ ਕੀ ਆ, ਪਹਿਲਾ ਫਾਰਮੂਲਾ ਲਗਾਓਗੇ A ਤੋਂ B ਲਾਈਨ 'ਤੇ ਕੀ ਹੁੰਦਾ ਸੀ ਆਪਣੇ ਕੋਲ, X - X1 ਮਤਲਬ 1, Y - Y2 ਮਤਲਬ -2 ਪਲੱਸ ਹੋ ਜੂਗਾ, ਮਾਈਨਸ ਪਲੱਸ ਦਾ ਸਕੁਏਅਰ। ਠੀਕ ਹੈ। ਇਕੁਅਲ ਟੂ ਕਾਹਦੇ ਆ, BC ਸਕੁਏਅਰ ਦੇ, BC ਦਾ ਫਾਰਮੂਲਾ ਲਗਾ ਦੂੰਗੀ। ਠੀਕ ਹੈ। ਨੈਕਸਟ ਉਸੇ ਤਰ੍ਹਾਂ ਦੋਨਾਂ ਨੂੰ ਸੋਲਵ ਕਰੋਗੇ, ਦੋਨੋਂ ਲਾਈਨਸ ਨੂੰ ਸੋਲਵ ਕਰੋਗੇ। ਇੱਥੋਂ ਉਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ, ਸੇਮ ਟਰਮਾਂ ਕੈਂਸਲ ਹੋ ਜਾਣਗੀਆਂ। ਤੁਹਾਡੇ ਕੋਲ ਕੀ ਹੈ, ਇੱਕ ਓਕੇਸ਼ਨ ਆ ਜਾਏਗੀ ਇਹ ਵਾਲੀ। ਇੱਥੋਂ ਤੁਸੀਂ y ਦੀ ਵੈਲਿਊ ਕੱਢ ਲਓਗੇ, 4 ਦੂਸਰੀ ਸਾਈਡ ਜਾ ਕੇ ਡਿਵਾਈਡ ਹੋ ਜਾਏਗਾ। ਕਲੀਅਰ। ਨਾਓ ਹੁਣ ਆਪਾਂ ਕੀ ਲੈ ਰਹੇ ਹਾਂ, AB ਜਿਹੜਾ ਆਪਣਾ BC 'ਤੇ ਪਰਪੈਂਡੀਕੂਲਰ ਆ। ਦੇਖੋ AB BC 'ਤੇ ਪਰਪੈਂਡੀਕੂਲਰ ਆ, A ਤੋਂ B, B ਤੋਂ C 'ਤੇ ਪਰਪੈਂਡੀਕੂਲਰ ਆ। ਦੇਖੋ ਹੈਗਾ ਗਾ 90 ਡਿਗਰੀ ਦਾ ਐਂਗਲ ਬਣਾ ਰਿਹਾ ਗਾ, ਮਤਲਬ ਪਰਪੈਂਡੀਕੂਲਰ ਹੈ। ਠੀਕ ਹੈ। ਅਗਰ ਆਪਣੀ ਲਾਈਨ ਪਰਪੈਂਡੀਕੂਲਰ ਆ ਦੈਨ ਆਪਣੇ ਕੋਲ M1 ਅਤੇ M2 ਦੀ ਸਲੋਪ ਕੀ ਹੁੰਦੀ ਸੀਗੀ, -1 ਦੇ ਇਕੁਅਲ ਹੁੰਦੀ ਸੀ ਨਾ। ਤਾਂ ਤੁਸੀਂ ਕੀ ਆ, AB ਦਾ ਪੁਆਇੰਟ ਲਿਖੋਗੇ, BC ਦਾ ਪੁਆਇੰਟ ਲਿਖੋਗੇ, ਉਸੇ ਤਰ੍ਹਾਂ ਫਾਰਮੂਲਾ ਲਗਾ ਦੋਗੇ y2 - y1, x2 - x1। ਸਿਮਿਲਰਲੀ ਦੂਸਰਾ ਲਗਾਓਗੇ y2 - y1, x2 - x1। ਸਲੋਪ ਦੀ ਵੈਲਿਊ ਕਿੰਨੀ ਦਿੱਤੀ ਹੁੰਦੀ ਸੀ ਆਪਾਂ ਨੂੰ, -1। ਤਾਂ ਇਕੁਏਸ਼ਨ ਨੂੰ ਤੁਸੀਂ ਜਸਟ ਸੋਲਵ ਕਰਨਾ ਗਾ। ਉਦੋਂ ਬਾਅਦ ਜਦੋਂ ਤੁਸੀਂ ਸੋਲਵ ਕਰੋਗੇ, ਫੈਕਟਰ ਬਣਾਓਗੇ ਓਕੇਸ਼ਨ ਦੇ ਪ੍ਰੋਪਰ, ਤੁਹਾਡੇ ਕੋਲ x ਦੇ 2 ਪੁਆਇੰਟ ਨਿਕਲ ਆਉਣਗੇ। ਇਹ ਦੋਨੇ ਪੁਆਇੰਟ ਜਿਹੜੀ ਮੈਂ ਉੱਪਰ ਪੈਨਸਲ ਨਾਲ y ਵਾਲੀ ਵੈਲਿਊ ਅੰਡਰਲਾਈਨ ਕੀਤੀ ਹੋਈ ਆ, ਉਹਦੇ ਵਿੱਚ ਤੁਸੀਂ y ਦੀ ਵੈਲਿਊ x ਦੀ ਵੈਲਿਊ 2 ਪੁੱਟ ਕਰੋਗੇ, ਇੱਕ ਵਾਰ x ਦੀ ਵੈਲਿਊ -6 ਪੁੱਟ ਕਰੂੰਗੀ, ਤਾਂ ਤੁਹਾਡੇ ਕੋਲ 2 ਪੁਆਇੰਟ ਨਿਕਲ ਆਉਣਗੇ। ਠੀਕ ਹੈ। ਅਤੇ ਇਹੀ ਪੁਆਇੰਟ ਬੇਟਾ ਆਪਾਂ ਫਾਈਂਡ ਆਊਟ ਕਰਨੇ ਸੀਗੇ B ਅਤੇ D। ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਸਮ ਕਰਨੇ ਆ। ਜੇ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ। ਓਕੇ।